Good morning, students. Now, today, beta, I am going to explain the case studies that how can we read and solve the case studies of business study in our final exam and also in the terminal exam. So, ਜਿਵੇਂ ਕਿ ਬੇਟੇ ਅਸੀਂ ਜਾਣਦੇ ਹਾਂ ਕਿ ਸਾਡਾ ਫਰਸਟ ਟਰਮ ਦਾ ਸਿਲੇਬਸ ਆਲਮੋਸਟ ਡਨ ਆ ਓਨਲੀ ਐਂਡ ਓਨਲੀ ਵਨ ਟੋਪਿਕ ਤੁਹਾਡਾ ਰਹਿੰਦਾ ਹੈ ਦੈਟ ਆਰ ਪ੍ਰੋਸੈਸ ਆਫ ਕੰਟਰੋਲਿੰਗ ਅਤੇ ਫਸਟ ਟਰਮ ਦਾ ਸਿਲੇਬਸ ਜਿਹੜਾ ਤੁਹਾਡਾ ਆਲਮੋਸਟ ਕੰਪਲੀਟ ਹੋ ਚੁੱਕਾ ਹੈ ਸੋ ਦੈਟਸ ਵਾਈ ਅਸੀਂ ਫਸਟ ਚੈਪਟਰ ਤੋਂ ਰਿਵੀਜ਼ਨ ਜਿਹੜੀ ਆ ਉਹਨੂੰ ਸਟਾਰਟ ਕਰਾਂਗੇ ਵਿਦ ਦਾ ਹੈਲਪ ਆਫ ਕੇਸ ਸਟੱਡੀ ਪ੍ਰੈਕਟਿਸ ਮੈਂ ਤੁਹਾਨੂੰ ਅੱਜ ਤੋਂ ਹੀ ਰਿਵੀਜ਼ਨ ਜਿਹੜੀ ਹੈ ਸਟਾਰਟ ਕਰਵਾਵਾਂਗੀ ਥਰੂ ਗੂਗਲ ਕਲਾਸਰੂਮ ਓਕੇ ਸੋ ਫਸਟ ਆਫ ਆਲ how can we solve the case studies which are available in the final exams. So let us start with ਬੇਟੇ ਕਿਵੇਂ ਅਸੀਂ ਕੇਸ ਸਟੱਡੀਜ਼ ਨੂੰ ਸੋਲਵ ਕਰਾਂਗੇ ਫਸਟ ਆਫ ਆਲ ਬੇਟੇ ਤੁਸੀਂ ਕੇਸ ਸਟੱਡੀ ਨੂੰ ਦੇਖੋਗੇ ਤੁਸੀਂ ਕੇਸ ਸਟੱਡੀ ਦੇ ਵਿੱਚ ਦੇਖੋਗੇ ਕਿ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਹੋਏਗਾ ਓਕੇ ਲਾਈਕ ਦੈਟ ਉਸ ਤੋਂ ਬਾਅਦ ਤੁਹਾਨੂੰ ਕੇਸ ਸਟੱਡੀ ਦੇ ਵਿੱਚ ਕੁਐਸਚਨਸ ਪ੍ਰੋਵਾਈਡ ਕਰਵਾਏ ਗਏ ਹੋਣਗੇ ਤੁਸੀਂ ਜਦੋਂ ਵੀ ਕੇਸ ਸਟੱਡੀ ਨੂੰ ਸੋਲਵ ਕਰਨਾ ਆ ਕੇਸ ਸਟੱਡੀ ਨੂੰ ਸੋਲਵ ਕਰਨ ਤੋਂ ਪਹਿਲਾਂ you all must read the question of the case study ਸਭ ਤੋਂ ਪਹਿਲਾਂ ਬੇਟੇ ਤੁਸੀਂ ਆਪਣਾ ਜਿਹੜਾ ਪੈਰਾਗ੍ਰਾਫ ਆ ਉਹਨੂੰ ਰੀਡ ਆਊਟ ਨਹੀਂ ਕਰੋਗੇ ਤੁਸੀਂ ਸਾਰੇ ਸਟੂਡੈਂਟ ਜਿਹੜੇ ਹੋ ਕੀ ਕਰੋਗੇ ਫਸਟ ਆਫ ਆਲ ਤੁਸੀਂ ਆਪਣਾ ਜਿਹੜਾ ਕੁਐਸਚਨਸ ਦਿੱਤੇ ਹੋਣਗੇ ਕੇਸ ਸਟੱਡੀ ਦੇ ਨੀਚੇ ਉਹਨਾਂ ਨੂੰ ਰੀਡ ਕਰੋਗੇ ਫॉर ਐਗਜ਼ਾਮਪਲ ਬੇਟੇ identify the level of management at which ਆਸ਼ੂਤੋਸ਼ ਗੋਇੰਕਾ ਵਾਜ਼ ਵਰਕਿੰਗ ਸੋ ਹੁਣ ਦੇਖੋ ਬੇਟੇ ਕੁਐਸਚਨ ਤੋਂ ਸਾਨੂੰ ਇਹ ਪਤਾ ਚੱਲਦਾ ਪਿਆ ਕਿ ਕੇਸ ਸਟੱਡੀ ਦੇ ਵਿੱਚ ਅਸੀਂ ਲੱਭਣਾ ਕੀ ਹੈ ਅਸੀਂ ਕੀ ਲੱਭਣਾ ਆ ਲੈਵਲ ਆਫ ਮੈਨੇਜਮੈਂਟ ਅਤੇ ਸਾਨੂੰ ਨੌਲੇਜ ਆ ਕਿ ਲੈਵਲ ਆਫ ਮੈਨੇਜਮੈਂਟ ਕਿਹੜੇ ਹੁੰਦੇ ਨੇ ਵਨ ਇਜ਼ ਆ ਟੋਪ ਸੈਕਿੰਡ ਇਜ਼ ਆ ਮਿਡਲ ਐਂਡ ਲਾਸਟ ਇਜ਼ ਆ ਲੋਅਰ ਮਤਲਬ ਸਾਨੂੰ ਇਹ ਪਤਾ ਚੱਲ ਗਿਆ ਕਿ ਅਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਆਪਣਾ ਆਨਸਰ ਜਿਹੜਾ ਆ ਇੱਥੇ ਪ੍ਰੋਵਾਈਡ ਕਰਵਾਉਣਾ ਹੈ ਓਕੇ ਸੋ ਸੈਕਿੰਡ state 3 other function being performed by ਆਸ਼ੂਤੋਸ਼ ਗੋਇੰਕਾ ਹੁਣ ਇਹਦੇ 'ਚ ਸਾਨੂੰ ਕੀ ਪਤਾ ਚੱਲਦਾ ਪਿਆ ਕਿ ਇੱਕ ਫੰਕਸ਼ਨ ਜਿਹੜਾ ਹੈ ਨਾ ਉਹ ਆਲਮੋਸਟ ਇਸ ਪੈਰਾਗ੍ਰਾਫ ਦੇ ਵਿੱਚ ਦਿੱਤਾ ਹੋਏਗਾ ਫੰਕਸ਼ਨ ਆਫ ਇਹਦੇ ਵਿੱਚ ਅਸੀਂ ਕੀ ਲੱਭਣਾ ਆ ਫੰਕਸ਼ਨ ਆਫ ਲੈਵਲ ਆਫ ਮੈਨੇਜਮੈਂਟ ਇਹਦੇ ਵਿੱਚ ਅਸੀਂ ਕੀ ਲੱਭਾਂਗੇ ਫੰਕਸ਼ਨ ਅਤੇ ਸਾਨੂੰ ਇਹ ਵੀ ਪਤਾ ਚੱਲ ਗਿਆ ਕਿ ਇੱਕ ਫੰਕਸ਼ਨ ਆਲਰੇਡੀ ਸਾਨੂੰ ਦਿੱਤਾ ਹੋਏਗਾ ਅਤੇ ਅਸੀਂ ਉਸ ਤੋਂ ਬਾਅਦ 3 ਅਦਰ ਫੰਕਸ਼ਨਸ ਜਿਹੜੇ ਆ ਉਹ ਫਾਈਂਡ ਆਊਟ ਕਰਨੇ ਆ ਕਿ ਲੋਅਰ ਲੈਵਲ ਦੇ ਜਾਂ ਟੋਪ ਲੈਵਲ ਦੇ ਜਾਂ ਮਿਡਲ ਲੈਵਲ ਦੇ ਕਿਹੜੇ ਫੰਕਸ਼ਨਸ ਜਿਹੜੇ ਹੁੰਦੇ ਨੇ ਜਿਹੜੇ ਕਿ ਉਹ ਈਜ਼ੀਲੀ ਪਰਫਾਰਮ ਕਰਦੇ ਨੇ ਓਕੇ ਆਫਟਰ ਦੈਟ ਬੇਟੇ ਯੂ ਕੈਨ ਰੀਡ ਆਊਟ ਦਾ ਕੇਸ ਸਟੱਡੀ ਫॉर ਐਗਜ਼ਾਮਪਲ ਆਸ਼ੂਤੋਸ਼ ਗੋਇੰਕਾ ਵਾਜ਼ ਵਰਕਿੰਗ ਇਨ X Limited, a company manufacturing air purifiers. He found that the profit has started declining from the last 6 months. ਆਸ਼ੂਤੋਸ਼ ਗੋਇੰਕਾ ਜਿਹੜਾ ਸੀਗਾ ਬੇਟਾ ਉਹ ਏਅਰ ਪਿਉਰੀਫਾਈ ਕੰਪਨੀ ਦੇ ਵਿੱਚ ਵਰਕ ਕਰਦਾ ਸੀਗਾ ਜਿਹਨੇ ਇਹ ਦੇਖਿਆ ਕਿ ਡਿਊਰਿੰਗ ਦਾ ਲਾਸਟ 6 ਮੰਥ ਪ੍ਰੋਫਿਟਸ ਜਿਹੜੇ ਆ ਉਹ ਡਿਕਲਾਈਨ ਘਟਦੇ ਪਏ ਨੇ ਪ੍ਰੋਫਿਟ ਹੈਜ਼ ਐਨ ਇੰਪਲੀਕੇਸ਼ਨ ਆਫ ਫॉर ਦਾ ਸਰਵਾਈਵਲ ਆਫ ਦਾ ਫਰਮ ਜਦ ਕਿ ਉਹਨੂੰ ਪਤਾ ਸੀਗਾ ਕਿ ਪ੍ਰੋਫਿਟ ਜਿਹੜੇ ਆ ਉਹ ਫਰਮ ਦੀ ਸਰਵਾਈਵਲ ਵਾਸਤੇ ਬਹੁਤ ਇੰਪੋਰਟੈਂਟ ਹੁੰਦੇ ਨੇ ਓਕੇ ਸੋ he analyzed the business environment to find out the reason for this decline ਤੇ ਉਹਨੇ ਕੀ ਕੀਤਾ ਉਹਨੇ ਬਿਜ਼ਨਸ ਇਨਵਾਇਰਨਮੈਂਟ ਨੂੰ ਐਨਾਲਾਈਜ਼ ਕਰਨਾ ਸਟਾਰਟ ਕੀਤਾ ਕਿ ਕਿਹਦੇ ਕਰਕੇ ਸਾਡੇ ਪ੍ਰੋਫਿਟ ਜਿਹੜੇ ਆ ਉਹ ਡਿਕਲਾਈਨ ਹੋ ਰਹੇ ਨੇ ਸੋ ਬੇਟੇ ਹੁਣ ਅਸੀਂ ਦੁਬਾਰਾ ਇੱਕ ਕੇਸ ਸਟੱਡੀ ਨੂੰ ਪੜ੍ਹਿਆ ਅੰਡਰਸਟੈਂਡ ਕੀਤਾ ਨਾਓ ਅਸੀਂ ਫਿਰ ਕੁਐਸਚਨ 'ਤੇ ਆਵਾਂਗੇ ਕਿ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ ਕੁਐਸਚਨ 'ਚ ਪੁੱਛਿਆ ਗਿਆ ਹੈ ਆਈਡੈਂਟੀਫਾਈ ਦਾ ਲੈਵਲ ਆਫ ਮੈਨੇਜਮੈਂਟ ਐਟ ਵਿਚ ਆਸ਼ੂਤੋਸ਼ ਗੋਇੰਕਾ ਵਾਜ਼ ਵਰਕਿੰਗ ਲੈਵਲ ਆਫ ਮੈਨੇਜਮੈਂਟ ਅਸੀਂ ਕਿਹਦੇ ਵਿੱਚੋਂ ਲੱਭਣੇ ਆ ਵਨ ਇਜ਼ ਅ ਟੋਪ ਮਿਡਲ ਐਂਡ ਲੋਅਰ ਜੇਕਰ ਅਸੀਂ ਗੱਲ ਕਰੀਏ ਤਾਂ ਪ੍ਰੋਫਿਟ ਦੇ ਰਿਗਾਰਡਿੰਗ ਡਿਸੀਜ਼ਨ ਕਿਹੜੇ ਲੈਵਲ ਦੇ ਦੁਆਰਾ ਲਏ ਜਾਂਦੇ ਆ ਟੋਪ ਲੈਵਲ ਮੈਨੇਜਮੈਂਟ ਦੇ ਦੁਆਰਾ ਸੋ ਫਸਟ ਦਾ ਆਨਸਰ ਕੀ ਹੋਏਗਾ ਤੁਹਾਡਾ ਟੋਪ ਲੈਵਲ ਮੈਨੇਜਮੈਂਟ ਐਂਡ ਸੈਕਿੰਡ 3 ਅਦਰ ਫੰਕਸ਼ਨ ਫਸਟ ਫੰਕਸ਼ਨ ਉਹ ਪਰਫਾਰਮ ਕਰ ਰਿਹਾ ਹੈ ਕਿ ਉਹਨੇ ਬਿਜ਼ਨਸ ਇਨਵਾਇਰਨਮੈਂਟ ਨੂੰ ਜੱਜ ਕਰ ਰਿਹਾ ਆ ਸੋ ਦੈਟ ਦੇ ਕੈਨ ਫਾਈਂਡ ਆਊਟ ਦਾ ਰੀਜ਼ਨ ਫॉर ਡਿਕਲਾਈਨਿੰਗ ਦਾ ਪ੍ਰੋਫਿਟ ਇਨ ਦਾ ਆਰਗੇਨਾਈਜੇਸ਼ਨ ਓਕੇ ਸੋ 3 ਅਦਰ ਫੰਕਸ਼ਨਸ ਕਿਹੜੇ ਹੋਣਗੇ ਬੇਟੇ he is responsible for formulating the overall organization goal and strategies ਉਹ
ਰਿਸਪੋਂਸੀਬਲ ਆ ਕਿ ਉਹ ਕਿਸ ਤਰੀਕੇ ਨਾਲ ਗੋਲ ਅਤੇ ਸਟ੍ਰੈਟਜੀ ਨੂੰ ਕੰਪਲੀਟ ਕਰੇਗਾ। ਹੀ ਰਿਸਪੋਂਸੀਬਲ ਫॉर ਆਲ ਦਾ ਬਿਜ਼ਨਸ ਐਕਟੀਵਿਟੀ ਐਂਡ ਇਟਸ ਇੰਪੈਕਟ ਔਨ ਸੁਸਾਇਟੀ, ਅਤੇ ਨਾਲ ਹੀ ਉਹਨੂੰ ਇਹ ਵੀ ਪਤਾ ਹੋਏਗਾ ਕਿ ਉਹਨੇ ਬਿਜ਼ਨਸ ਐਕਟੀਵਿਟੀਜ਼ ਨੂੰ ਕਿਸ ਤਰੀਕੇ ਨਾਲ ਨਿਭਾਉਣਾ ਆ ਅਤੇ ਸੁਸਾਇਟੀ 'ਤੇ ਜਿਹੜਾ ਬੈਡ ਇੰਪੈਕਟ ਪੈਂਦਾ ਪਿਆ ਉਹਨੂੰ ਕਿਵੇਂ ਰਿਮੂਵ ਕਰਨਾ ਆ, ਜਾਂ ਸੁਸਾਇਟੀ ਵਿੱਚ ਆਪਣਾ ਇੰਪੈਕਟ ਜਿਹੜਾ ਉਹ ਕਿਵੇਂ ਇੰਪਰੂਵ ਕਰੇਗਾ। He has to coordinate the activity of different department in pursuit of common goal, ਤੇ ਈਵਨ ਉਹ ਐਕਟੀਵਿਟੀਜ਼ ਨੂੰ ਦੂਸਰੇ ਡਿਪਾਰਟਮੈਂਟ ਦੇ ਨਾਲ ਵੀ ਕੋਆਰਡੀਨੇਟ ਕਰੇਗਾ ਸੋ ਦੈਟ ਦੇ ਕੈਨ ਅਚੀਵ ਦਾ ਕਾਮਨ ਗੋਲ ਆਫ ਦਾ ਆਰਗੇਨਾਈਜੇਸ਼ਨ। ਓਕੇ, ਜਿਸ ਤਰੀਕੇ ਨਾਲ ਕਿ ਬੇਟੇ ਫਸਟ ਕੁਐਸਚਨ ਦਾ ਆਂਸਰ ਸੀਗਾ ਆਸ਼ੂਤੋਸ਼ ਗੋਇੰਕਾ ਵਾਜ਼ ਵਰਕਿੰਗ ਐਟ top level management and 3 function being performed by him at the level are outlined below। ਕਿਹੜੇ ਕਿਹੜੇ ਫੰਕਸ਼ਨ ਉਹਨੇ ਪਰਫਾਰਮ ਕੀਤੇ, ਦੈਟ ਆਰ ਉਹਨੇ ਦੇਖਿਆ ਕਿ ਕਿਸ ਤਰੀਕੇ ਨਾਲ ਅਸੀਂ ਆਪਣਾ ਗੋਲ ਸਟ੍ਰੈਟਜੀਜ਼ ਕੰਪਲੀਟ ਕਰਾਂਗੇ, ਇੰਪੈਕਟ ਆਫ ਸੁਸਾਇਟੀ ਦੇ ਵਿੱਚ ਇੰਪਰੂਵ ਕਰਾਂਗੇ, ਅਤੇ ਕਿਵੇਂ ਅਸੀਂ ਕੋਆਰਡੀਨੇਸ਼ਨ ਬਣਾਵਾਂਗੇ ਇਨ ਬਿਟਵੀਨ ਦਾ ਡਿਫਰੈਂਟ ਡਿਪਾਰਟਮੈਂਟ ਆਫ ਦਾ ਆਰਗੇਨਾਈਜੇਸ਼ਨ। ਲੈਟ ਅਸ ਸਟਾਰਟ ਵਿਦ ਦ ਸੈਕਿੰਡ ਐਗਜ਼ਾਮਪਲ ਦੈਟ ਇਜ਼ ਆ, ਸਭ ਤੋਂ ਪਹਿਲਾਂ ਬੇਟੇ ਇਹਦੇ ਵਿੱਚ ਵੀ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਹੈ, ਈਵਨ ਤੁਹਾਨੂੰ ਕੀ ਦਿੱਤਾ ਗਿਆ ਹੈ, 2 ਕੁਐਸਚਨਸ ਦਿੱਤੇ ਗਏ ਨੇ। ਅਤੇ ਫਸਟ ਆਫ ਆਲ ਤੁਸੀਂ ਕੀ ਰੀਡ ਕਰੋਗੇ, ਕੁਐਸਚਨ ਆਈਡੈਂਟੀਫਾਈ ਐਂਡ ਐਕਸਪਲੇਨ ਦਾ ਆਬਜੈਕਟਿਵ ਆਫ ਮੈਨੇਜਮੈਂਟ ਡਿਸਕਸਡ ਅਬਵ। ਹੁਣ ਇੱਥੇ ਤੁਸੀਂ ਕੀ ਕਰਨਾ ਆ, ਆਬਜੈਕਟਿਵ ਜਿਹੜੇ ਆ ਉਹਨਾਂ ਨੂੰ ਫਾਈਂਡ ਆਊਟ ਕਰਨਾ। ਅਤੇ ਤੁਹਾਨੂੰ ਪਤਾ ਹੈ ਆਬਜੈਕਟਿਵ ਕਿਹੜੇ ਹੈਗੇ ਹੁੰਦੇ ਨੇ, ਸੋਸ਼ਲ, ਪਰਸਨਲ ਆਬਜੈਕਟਿਵਸ। ਇਹਨਾਂ ਦੇ ਵਿੱਚੋਂ ਹੀ ਅਸੀਂ ਕੀ ਕਰਾਂਗੇ, ਆਬਜੈਕਟਿਵਸ ਨੂੰ find out ਕਰਾਂਗੇ। ਓਕੇ, ਸੋ state any 2 values which the company wanted to communicate to the society। ਦੇ ਈਵਨ ਇਸੇ ਪੈਰਾਗ੍ਰਾਫ ਦੇ ਵਿੱਚੋਂ ਅਸੀਂ ਇਹ ਫਾਈਂਡ ਆਊਟ ਕਰਨਾ ਆ ਕਿ ਕਿਹੜੀਆਂ 2 ਵੈਲਿਊਜ਼ ਆ ਜਿਹੜੀਆਂ ਕੰਪਨੀ ਕਮਿਊਨੀਕੇਟ ਕਰਨਾ ਚਾਹੁੰਦੀ ਹੈ ਟੂ ਦਾ society। ਓਕੇ, ਸੋ ਲੈਟ ਅਸ ਸਟਾਰਟ ਵਿਦ ਦ ਕੇਸ ਸਟੱਡੀ ਬੇਟੇ। XYZ Power Limited set up a factory for manufacture solar lighting in a remote village as there was no reliable supply of electricity in rural area। ਉਹਨਾਂ ਨੇ ਕੀ ਕਿਹਾ ਕਿ XYZ ਜਿਹੜੀ ਪਾਵਰ ਲਿਮਟਡ ਸੀਗੀ ਨੇ ਉਹ ਫੈਕਟਰੀ, ਸੋਲਰ ਫੈਕਟਰੀ ਜਿਹੜੀ ਆ ਮੈਨੂਫੈਕਚਰ ਕਰਨਾ ਚਾਹੁੰਦੀ ਹੈ ਇੱਕ ਵਿਲੇਜ ਦੇ ਵਿੱਚ ਜਿੱਥੇ ਇਲੈਕਟ੍ਰੀਸਿਟੀ ਦੀ ਸਪਲਾਈ ਨਹੀਂ ਹੈਗੀ। ਦ ਰੈਵਨਿਊ ਓਨਡ ਬਾਈ ਦ ਕੰਪਨੀ ਵਾਜ਼ ਸਫੀਸ਼ੀਐਂਟ ਟੂ ਕਵਰ ਦ ਕਾਸਟ ਐਂਡ ਦ ਰਿਸਕ। ਅਤੇ ਉਹ ਮਤਲਬ ਉਹਨਾਂ ਕੋਲ ਰੈਵਨਿਊ ਜਿਹੜਾ ਉਹਨਾਂ ਨੂੰ ਚਾਹੀਦਾ ਦੈਟ ਆਰ ਸਫੀਸ਼ੀਐਂਟ। As the demand of lightning was increasing day by day, the company decided to increase production to generate higher sales। ਅਤੇ ਉਹ ਕੀ ਕਰਦੇ ਪਏ ਨੇ ਕਿ ਉਹਨਾਂ ਨੂੰ ਪਤਾ ਹੈ ਕਿ ਡਿਮਾਂਡ ਇਨਕਰੀਜ਼ ਹੋ ਰਹੀ ਆ, ਅਤੇ ਉਹਦੇ ਨਾਲ ਨਾਲ ਹੀ ਜਿਹੜੀ ਅਸੀਂ ਕਰਨੀ ਆ ਆਪਣੀ ਡਿਮਾਂਡ ਜਿਹੜੀ ਹੈ ਤੁਹਾਡੀ ਮਤਲਬ ਇਨਕਰੀਜ਼ ਹੋ ਰਹੀ ਆ, ਅਤੇ ਉਹਦੇ ਨਾਲ ਹੀ ਉਹਨਾਂ ਨੇ ਡੇ ਬਾਏ ਡੇ ਇਨਕਰੀਜ਼ ਦਾ ਕਰਕੇ ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਜਨਰੇਟ ਕੀਤੀ ਨਾ ਉਹਨੂੰ ਹਾਇਰ ਲੈਵਲ ਦੇ ਉੱਪਰ ਜਨਰੇਟ ਕੀਤਾ। ਓਕੇ, ਹਾਇਰ ਸੇਲਸ ਦੇ ਉੱਪਰ। ਫॉर ਦਿਸ ਦੇ ਡਿਸਾਈਡ ਦ ਇੰਪਲੋਈ ਪੀਪਲ ਫਰੋਮ ਦ ਨੀਅਰ ਬਾਏ ਵਿਲੇਜ ਐਜ਼ ਵੈਰੀ ਫਿਊ ਜੋਬ ਓਪਰਚੁਨਿਟੀਜ਼। ਈਵਨ ਕਿ ਉਹਨਾਂ ਨੂੰ ਜੋਬ ਓਪਰਚੁਨਿਟੀਜ਼ ਵੀ ਅਵੇਲ ਹੋਣਗੀਆਂ ਜਿਹੜੇ ਨੀਅਰ ਬਾਏ ਦਾ ਵਿਲੇਜਰਸ ਨੇ। and the company also decide to open school and crèches for the children of its employee। ਅਤੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਜਿਹੜੇ ਦੇ ਇੰਪਲੋਈਜ਼ ਹੋਣਗੇ ਉਹਨਾਂ ਵਾਸਤੇ ਸਕੂਲ ਅਤੇ ਕਰਚਿਜ਼ ਫॉर the children's ਵੀ ਪ੍ਰਪੇਅਰ ਕੀਤੇ ਜਾਣਗੇ। ਓਕੇ, ਸੋ ਬੇਟੇ ਜਦੋਂ ਅਸੀਂ ਗੱਲ ਕਰੀਏ ਫਸਟ ਸਾਡੇ ਕੁਐਸਚਨ ਦੀ ਤਾਂ ਦੈਟ ਆਰ ਕਾਲਡ ਆਈਡੈਂਟੀਫਾਈ ਦਾ ਐਕਸਪਲੇਨ ਐਂਡ ਆਬਜੈਕਟਿਵ ਆਫ ਮੈਨੇਜਮੈਂਟ ਡਿਸਕਸ ਅਬਵ। ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਕੰਪਨੀ ਡੇ ਟੂ ਡੇ ਸੇਲਸ ਇਨਕਰੀਜ਼ ਕਰਦੀ ਪਈ ਹੈ ਐਟ ਅ ਹਾਇਰ ਰੇਟ, ਇਟ ਮੀਨਸ ਉਹ ਕਿਹੜਾ ਆਬਜੈਕਟਿਵ ਕੰਪਲੀਟ ਕਰਦੀ ਪਈ ਹੈ, ਦੈਟ ਆਰ ਕਾਲਡ ਆਰਗੇਨਾਈਜੇਸ਼ਨਲ ਆਬਜੈਕਟਿਵ, ਜਿਹਦੇ ਵਿੱਚ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਜਿਹੜੇ ਉਹ ਹੋਣ। ਅਤੇ ਸੈਕਿੰਡਲੀ ਉਹ ਜੋਬ ਓਪਰਚੁਨਿਟੀ ਪ੍ਰੋਵਾਈਡ ਕਰਵਾ ਰਹੀ ਹੈ ਫॉर ਦਾ ਵਿਲੇਜਰ, ਅਤੇ ਉਹਦੇ ਵਾਸਤੇ ਉਹ ਕਿਹੜਾ ਕਰਦੀ ਪਈ ਹੈ, ਸੋਸ਼ਲ, ਸੋ ਦੈਟ ਕਿ ਸੁਸਾਇਟੀ ਨੂੰ ਵੀ ਬੈਨੀਫਿਟ ਹੋਵੇ ਉਹ ਕੰਪਨੀ ਨੂੰ ਓਪਨ ਕਰਨ ਦਾ। ਓਕੇ, ਸੋ ਨਾਲ ਹੀ ਸੈਕਿੰਡ ਕੁਐਸਚਨ ਦੇ ਵਿੱਚ ਆਏਗਾ ਸਟੇਟ ਐਨੀ 2 ਵੈਲਿਊਜ਼। ਇੱਕ ਤਾਂ ਉਹ ਵਿਲੇਜਰਸ ਨੂੰ ਪ੍ਰਮੋਟ ਕਰਦੀ ਪਈ ਹੈ, ਜੋਬ ਓਪਰਚੁਨਿਟੀਜ਼ ਪ੍ਰੋਵਾਈਡ ਕਰਵਾਉਂਦੀ ਪਈ ਹੈ, ਈਵਨ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਇੱਕ ਵਧੀਆ ਇਨਵਾਇਰਮੈਂਟ ਵੀ ਪ੍ਰੋਵਾਈਡ ਕਰਵਾ ਰਹੀ ਹੈ। ਓਕੇ, ਸੋ ਲੈਟ ਅਸ ਸਟਾਰਟ ਵਿਦ ਦ ਆਂਸਰ। ਸੋ ਬੇਟੇ ਫਸਟ ਸੀਗਾ ਇਹਦਾ ਆਬਜੈਕਟਿਵ ਆਰਗੇਨਾਈਜੇਸ਼ਨ ਐਂਡ ਸੋਸ਼ਲ। ਆਰਗੇਨਾਈਜੇਸ਼ਨ ਕਿਉਂਕਿ ਉਹਨੇ ਆਪਣੇ ਇੰਪਲੋਈਜ਼ ਦੇ ਵਾਸਤੇ ਵੀ ਪ੍ਰੋਫਿਟ ਗਰੋਥ ਵਾਸਤੇ ਵੀ ਸੋਚਿਆ ਕਿ ਹਾਇਰ ਸੇਲ ਰੱਖਾਂਗੇ ਜਿਹਦੇ ਨਾਲ ਸਾਡੇ ਇੰਪਲੋਈਜ਼ ਨੂੰ ਜ਼ਿਆਦਾ ਸੈਲਰੀ ਦਿੱਤੀ ਜਾਏਗੀ ਅਤੇ ਪ੍ਰੋਫਿਟ ਵੀ ਜ਼ਿਆਦਾ ਹੋਣਗੇ।
ਸੋਸ਼ਲ ਆਬਜੈਕਟਿਵ ਕਿਉਂ ਆ? ਕਿਉਂਕਿ ਉਹਨਾਂ ਨੇ ਈਕੋ ਫਰੈਂਡਲੀ ਮੈਥਡ ਯੂਜ਼ ਕੀਤਾ ਜਿਹਦੇ ਵਿੱਚ ਵੀਕਰ ਸੈਕਸ਼ਨਸ ਨੂੰ ਸੁਸਾਇਟੀ ਦੇ ਵਿੱਚ ਇੰਪਲੋਇਮੈਂਟ ਓਪਰਚੁਨਿਟੀ ਪ੍ਰੋਵਾਈਡ ਕਰਵਾਈ ਅਤੇ ਈਵਨ ਉਹਨਾਂ ਨੂੰ ਲਿਟਰੇਸੀ ਨੂੰ ਵੀ ਪ੍ਰਮੋਟ ਕੀਤਾ। ਓਕੇ, ਸੈਕਿੰਡ ਟੂ ਵੈਲਿਊਜ਼ ਕਿਹੜੀਆਂ ਬੇਟੇ? ਇੱਕ ਤਾਂ ਰੂਰਲ ਡਿਵੈਲਪਮੈਂਟ, ਇੱਕ ਪ੍ਰਮੋਟਿੰਗ ਇਲਿਟਰੇਸੀ। ਰੂਰਲ ਡਿਵੈਲਪਮੈਂਟ ਉਹ ਅਗਰ ਇਨਫੋਰਮੇਸ਼ਨ ਮਤਲਬ ਜੋਬ ਪ੍ਰੋਵਾਈਡ ਕਰਵਾਏਗੀ ਅਤੇ ਪੀਪਲਸ ਦੀ ਡਿਵੈਲਪਮੈਂਟ ਹੋਏਗੀ। ਅਤੇ ਪ੍ਰਮੋਟਿੰਗ ਲਿਟਰੇਸੀ ਮੀਨਸ ਜਦੋਂ ਸਕੂਲ ਕਰਚਿਸ ਖੋਲ੍ਹ ਕੇ ਦੇਏਗੀ ਅਤੇ ਉੱਥੇ ਜਿਹੜੇ ਪੜ੍ਹਨ ਵਾਲੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਨੌਲੇਜ ਗੇਨ ਕਰਨ ਦਾ ਮੌਕਾ ਜਿਹੜਾ ਉਹ ਮਿਲ ਜਾਏਗਾ। ਸੋ ਬੇਟੇ ਦਿਸ ਇਜ਼ ਦਾ ਵੇ ਆਫ ਕੇਸ ਸਟੱਡੀ ਕਿ ਕਿਸ ਤਰੀਕੇ ਨਾਲ ਅਸੀਂ ਕੇਸ ਸਟੱਡੀਜ਼ ਨੂੰ ਸੋਲਵ ਕਰਨਾ ਹੈ। ਹੁਣ ਮੈਂ ਇਹਦੇ ਰਿਗਾਰਡਿੰਗ ਤੁਹਾਨੂੰ ਕਲਾਸਰੂਮ ਦੇ ਵਿੱਚ ਅਸਾਈਨਮੈਂਟ ਪ੍ਰੋਵਾਈਡ ਕਰਵਾਈ ਆ। ਉਹ ਅਸਾਈਨਮੈਂਟ ਤੁਸੀਂ ਮੈਨੂੰ ਸਾਰੇ ਬੱਚੇ ਸੋਲਵ ਕਰਕੇ ਪ੍ਰੋਵਾਈਡ ਕਰਵਾਓਗੇ ਸੋ ਦੈਟ ਮੈਨੂੰ ਈਜ਼ੀਲੀ ਅੰਡਰਸਟੈਂਡ ਹੋ ਜੇ ਕਿ ਤੁਸੀਂ ਆਪਣੀ ਅਸਾਈਨਮੈਂਟ ਜਿਹੜੀ ਆ ਉਹਨੂੰ ਆਪਣੇ ਜਿਹੜਾ ਇਹ ਟੌਪਿਕ ਹੈ ਇਹਨੂੰ ਈਜ਼ੀਲੀ ਕਲੀਅਰ ਕਰ ਦਿੱਤਾ ਹੈ ਕਿ ਨਹੀਂ। ਐਂਡ ਉਹ ਜਿਹੜੀ ਤੁਹਾਡੀ ਅਸਾਈਨਮੈਂਟ ਹੋਏਗੀ ਦੈਟ ਆਰ ਰਿਗਾਰਡਿੰਗ ਦਾ ਚੈਪਟਰ ਨੰਬਰ 1 ਨੇਚਰ ਐਂਡ ਸਿਗਨੀਫਿਕੈਂਸ ਆਫ ਮੈਨੇਜਮੈਂਟ। ਐਂਡ ਇਫ you have any query regarding that, you can ask me through WhatsApp calling. Thanks and have a nice day.